हेलो बच्चों, किवें हो तुसी सारे? ठीक हो ना बेटे? मैं थोड़ी रेनू मैम ते बेटे मैं थोड़ा वैलकम करती हाँ अपनी इकनॉमिक्स की क्लास दे विच ते अपने स्कूल दे यूट्यूब चैनल देव स्मार्ट स्कूल ते बेटे जिवें कि तुहानूं पता ही आ कि आपां ऑलरेडी जिहड़ा अपना टॉपिक चल रहा वो हैगा पॉवर्टी ते पॉवर्टी दे उपर आपां ऑलरेडी दो जिहड़ियां वीडियोज़ ने वो अपलोड कर चुके हैं, जिन्हां विच एक वीडियो दे विच तुहानूं पॉवर्टी दा मीनिंग एंड पॉवर्टी लाइन एब्सोल्यूट एंड रिलेटिव पॉवर्टी बारे दस्सिया गया। जिहड़ी दूसरी वीडियो है बेटे ਉਹਦੇ ਵਿੱਚ ਤੁਹਾਨੂੰ ਕਾਜ਼ਿਜ਼ ਆਫ ਪਾਵਰਟੀ ਬਾਰੇ ਦੱਸਿਆ ਗਿਆ। ਅਗਰ ਤੁਸੀਂ ਉਹਨਾਂ ਵੀਡੀਓਜ਼ ਨੂੰ ਬੇਟੇ ਹਜੇ ਤੱਕ ਵਾਚ ਨਹੀਂ ਨਾ ਕੀਤਾ ਤਾਂ ਤੁਸੀਂ ਵਾਚ ਕਰ ਲਓ ਪਲੀਜ਼, ਜੇ ਤੁਸੀਂ ਅੱਜ ਵਾਲਾ ਟੌਪਿਕ ਪ੍ਰੋਪਰਲੀ ਸਮਝਣਾ ਚਾਹੁੰਦੇ ਹੋ। ਤਾਂ ਅੱਜ ਬੇਟੇ ਜਿਹੜਾ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਨਾ ਉਹ ਹੈਗਾ ਸੁਜੈਸ਼ਨ ਜਾਂ ਮੈਜਰਮੈਂਟਸ ਵੀ ਕਹਿ ਸਕਦੇ ਹੋ। ਕਾਹਦੀਆਂ ਸੁਜੈਸ਼ਨ ਜਾਂ ਕਾਹਦੇ ਮੈਜਰਮੈਂਟਸ, ਜਿਵੇਂ ਕਿ ਆਪਾਂ ਲਾਸਟ ਵੀਡੀਓ 'ਚ ਕੀਤਾ ਬੇਟੇ ਕਿ ਪਾਵਰਟੀ ਦੇ ਕਾਰਨ ਕੀ ਆ, ਕਾਜ਼ਿਜ਼ ਕੀ ਆ। ਹੁਣ ਜੇ ਆਪਾਂ ਨੂੰ ਕਾਰਨ ਪਤਾ ਲੱਗ ਚੁੱਕਿਆ ਬੇਟੇ ਤਾਂ ਉਸ ਪਾਵਰਟੀ ਨੂੰ, ਗਰੀਬੀ ਨੂੰ ਦੂਰ ਕਰਨ ਦੇ ਲਈ ਕੀ ਸੁਜੈਸ਼ਨਸ ਹੋ ਸਕਦੀਆਂ ਨੇ, ਕੀ ਸਲਾਹਾਂ ਹੋ ਸਕਦੀਆਂ ਨੇ, ਕੀ ਮੈਜਰਮੈਂਟ ਹੋ ਸਕਦੇ ਨੇ, ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਬੇਟੇ। ਫਿਰ ਤਾਂ ਚਲੋ ਫਿਰ ਆਓ ਆਪਾਂ ਕਰਦੇ ਹਾਂ ਬੇਟੇ ਵੀ ਕਿਹੜੀਆਂ ਸੁਜੈਸ਼ਨਸ ਨੇ ਜਿਨ੍ਹਾਂ ਦੇ ਨਾਲ ਜਿਹੜੀ ਪਾਵਰਟੀ ਹੈ ਨਾ ਉਹਨੂੰ ਦੂਰ ਕੀਤਾ ਜਾ ਸਕਦਾ। ਓਕੇ ਬੇਟੇ, ਤੇ ਪੜ੍ਹਨ ਤੋਂ ਪਹਿਲਾਂ ਐਜ਼ ਆਈ ਆਲਵੇਜ਼ ਸੇ ਦੈਟ ਲਾਈਕ, ਸ਼ੇਅਰ ਐਂਡ ਕਮੈਂਟ ਐਂਡ ਸਬਸਕ੍ਰਾਈਬ ਦ ਚੈਨਲ ਪਲੀਜ਼। ਤਾਂ ਆਪਾਂ ਕਰਦੇ ਹਾਂ ਬੇਟੇ ਸੁਜੈਸ਼ਨਸ। ਹਾਂਜੀ ਬੇਟੇ, ਤਾਂ ਹੁਣ ਆਪਾਂ ਕਰਨ ਜਾ ਰਹੇ ਹਾਂ ਕਿ ਪਾਵਰਟੀ ਨੂੰ ਦੂਰ ਕਰਨ ਦੇ ਲਈ ਕੀ ਕੀਤਾ ਜਾ ਸਕਦਾ ਹੈ। ਜਿਵੇਂ ਕਿ ਤੁਸੀਂ ਸਾਹਮਣੇ ਲਿਖਿਆ ਹੋਇਆ ਦੇਖ ਰਹੇ ਹੋ ਕਿ ਰੈਪਿਡ ਐਂਡ ਇਨਕਲੂਸਿਵ ਇਕਨੋਮਿਕ ਗਰੋਥ। ਰੈਪਿਡ ਹੁੰਦਾ ਤੇਜ਼, ਇਨਕਲੂਸਿਵ ਇਕਨੋਮਿਕ ਗ੍ਰੋਥ ਮਤਲਬ ਸੰਮਿਲਿਤ ਆਰਥਿਕ ਵਿਕਾਸ, ਮਤਲਬ ਸਾਰੇ ਖੇਤਰਾਂ ਦਾ ਹੀ ਆਰਥਿਕ ਵਿਕਾਸ। ਤਾਂ ਮੈਂ ਤੁਹਾਨੂੰ ਪਹਿਲਾਂ ਦੋ ਤਿੰਨ ਜਿਹੜੇ ਟੌਪਿਕ ਹੈ, ਹੈਡਿੰਗਸ ਉਹਨਾਂ ਬਾਰੇ ਦੱਸਦੀ ਹਾਂ ਅਤੇ ਫਿਰ ਐਕਸਪਲੇਨ ਕਰੂੰਗੀ ਬੇਟੇ। ਓਕੇ, ਉਸ ਤੋਂ ਬਾਅਦ ਹੈਗਾ ਡਿਵੈਲਪਮੈਂਟ ਆਫ ਐਗਰੀਕਲਚਰ ਐਂਡ ਰੂਰਲ ਏਰੀਆ ਬੇਟੇ, ਵੀ ਐਗਰੀਕਲਚਰ ਅਤੇ ਰੂਰਲ ਏਰੀਆ ਜਿਹੜਾ ਪੇਂਡੂ ਖੇਤਰ ਜਿਹੜਾ ਉਹਨਾਂ ਦਾ ਵਿਕਾਸ, ਵੀ ਖੇਤੀ ਦਾ ਵਿਕਾਸ ਕਰਨਾ ਅਤੇ ਪੇਂਡੂ ਖੇਤਰ ਦਾ। ਐਂਡ ਆਫਟਰ ਦੈਟ ਕਮਸ ਦਾ ਰੈਪਿਡ ਇੰਡਸਟਰੀਅਲ ਡਿਵੈਲਪਮੈਂਟ ਬੇਟੇ, ਤੇਜ਼ ਉਦਯੋਗਿਕ ਵਿਕਾਸ ਐਂਡ ਕੰਟਰੋਲ ਓਵਰ ਪਾਪੂਲੇਸ਼ਨ, ਜਨਸੰਖਿਆ ਦੇ ਉੱਪਰ ਕੰਟਰੋਲ, ਨਿਯੰਤਰਣ। ਪਹਿਲਾਂ ਆਪਾਂ ਬੇਟੇ ਇਹਨਾਂ ਚਾਰਾਂ ਪੁਆਇੰਟਸ ਹੈਡਿੰਗਸ ਬਾਰੇ ਐਕਸਪਲੇਨ ਕਰਦੇ ਹਾਂ। ਇੱਕ ਤਾਂ ਰੈਪਿਡ ਐਂਡ ਇਨਕਲੂਸਿਵ ਇਕਨੋਮਿਕ ਗਰੋਥ, ਦੂਸਰਾ ਐਗਰੀਕਲਚਰ ਦਾ ਵਿਕਾਸ ਅਤੇ ਜਿਹੜਾ ਰੂਰਲ ਏਰੀਏ ਦਾ, ਤੀਸਰਾ ਇੰਡਸਟਰੀ ਦਾ ਅਤੇ ਚੌਥਾ ਪਾਪੂਲੇਸ਼ਨ 'ਤੇ ਕੰਟਰੋਲ। ਠੀਕ ਹੈ ਬੇਟੇ, ਤਾਂ ਫਸਟ ਜਿਵੇਂ ਕਿ ਮੈਂ ਕਿਹਾ ਸੀ ਰੈਪਿਡ ਐਂਡ ਇਨਕਲੂਸਿਵ ਇਕਨੋਮਿਕ ਗਰੋਥ ਮਤਲਬ ਇਹਦਾ ਕੀ ਹੈਗਾ ਕਿ ਨਾ ਦੇਸ਼ ਦੇ ਤੇਜ਼ ਆਰਥਿਕ ਵਾਧੇ ਲਈ ਯਤਨ ਕੀਤੇ ਜਾਣੇ ਚਾਹੀਦੇ ਆ। ਇਹ ਯਤਨ ਇੰਜ ਵੀ ਕੀਤੇ ਜਾਣੇ ਚਾਹੀਦੇ ਆ ਕਿ ਮਤਲਬ ਜਿਹੜਾ ਆਰਥਿਕ ਵਿਕਾਸ ਹੋਵੇ ਨਾ ਬੇਟੇ, ਜਿਹੜਾ ਵਾਧਾ ਹੋਵੇ ਉਹਦਾ ਲਾਭ ਸਮਾਜ ਦੇ ਹਰ ਵਰਗ ਨੂੰ ਮਿਲੇ, ਯਾਨੀ ਅਮੀਰ ਵਰਗ ਨੂੰ ਵੀ ਮਿਲੇ ਬੇਟੇ ਅਤੇ ਗਰੀਬ ਵਰਗ ਨੂੰ ਵੀ ਮਿਲੇ, ਯਾਨੀ ਕਿ ਸਭ ਨੂੰ ਮਿਲੇ। ਪਿਛੜੇ ਹੋਏ ਵਰਗਾਂ ਨੂੰ ਵੀ ਜਿਹੜਾ ਇਹਦਾ ਫਾਇਦਾ ਹੋਵੇ ਬੇਟੇ। ਮਤਲਬ ਸੰਮਿਲਿਤ ਤਾਂ ਹੀ ਹੋ ਸਕਦਾ ਨਾ ਜੇ ਸਾਰੇ ਜਣਿਆਂ ਨੂੰ ਹੀ ਉਸ ਵਿਕਾਸ ਦਾ ਭਾਗੀਦਾਰ ਬਣਾਇਆ ਜਾਊਗਾ ਤਾਂ ਹੀ ਤਾਂ ਫਿਰ ਗਰੀਬੀ ਜਿਹੜੀ ਹੈ ਖ਼ਤਮ ਕੀਤੀ ਜਾ ਸਕੂਗੀ। ਵੀ ਜੇਕਰ ਵਿਕਾਸ ਤਾਂ ਹੁੰਦਾ ਰਹੇ, ਲੇਕਿਨ ਮਤਲਬ ਤੇਜ਼ ਵਿਕਾਸ ਤਾਂ ਹੋ ਰਿਹਾ ਲੇਕਿਨ ਉਸ ਵਿਕਾਸ ਦਾ ਜਿਹੜਾ ਜ਼ਿਆਦਾ ਫਾਇਦਾ ਹੈਗਾ ਉਹ ਸਿਰਫ ਸਮਾਜ ਦੇ ਜਿਹੜੇ ਉੱਚੇ ਪੱਧਰ ਦੇ ਲੋਕ ਹੈ, ਉੱਚੇ ਰੁਤਬੇ ਵਾਲੇ ਲੋਕ ਹੈ, ਸਿਰਫ ਉਹਨਾਂ ਨੂੰ ਹੀ ਮਿਲੂਗਾ, ਤਾਂ ਗਰੀਬੀ ਨਹੀਂ ਦੂਰ ਹੋ ਸਕਦੀ। ਇਹਦਾ ਮਤਲਬ ਆ ਜੇ ਗਰੀਬੀ ਦੂਰ ਕਰਨੀ ਆ ਤਾਂ ਉਹਦੇ ਵਾਸਤੇ ਕੀ ਕਰਨਾ ਪਊਗਾ ਕਿ ਜਿਹੜਾ ਵਿਕਾਸ ਹੋਊਗਾ ਉਸ ਦਾ ਫਾਇਦਾ ਸਮਾਜ ਦੇ ਹਰੇਕ ਵਰਗ ਨੂੰ ਮਿਲਣਾ ਚਾਹੀਦਾ ਬੇਟੇ। ਮਾਈਂਡ 'ਚ ਤੁਸੀਂ ਇਹ ਯਾਦ ਰੱਖਣਾ ਕਿ ਅਸੀਂ ਕੀ ਕਰ ਰਹੇ ਹਾਂ, ਅਸੀਂ ਕਰ ਰਹੇ ਹਾਂ ਸੁਜੈਸ਼ਨਸ। ਠੀਕ ਹੈ, ਜੇ ਤੁਹਾਨੂੰ ਕਾਰਨ ਯਾਦ ਹੈ ਨਾ ਵੀ ਕੀ ਕਾਰਨ ਹੈ ਗਰੀਬੀ ਦੇ, ਪਾਵਰਟੀ ਦੇ, ਤਾਂ ਤੁਹਾਡੇ ਲਈ ਜਿਹੜੇ ਸੁਜੈਸ਼ਨਸ ਹੈ ਬਹੁਤ ਈਜ਼ੀ ਆ ਬੇਟੇ। ਇਸ ਕਰਕੇ ਇਫ ਯੂ ਡਿਡਨਟ ਹੈਵ ਵਾਚ ਦ ਵੀਡੀਓ ਸਟਿਲ ਦ ਕਾਜ਼ਿਜ਼ ਆਫ ਪਾਵਰਟੀ ਤਾਂ ਤੁਸੀਂ ਜ਼ਰੂਰ ਉਸ ਵੀਡੀਓ ਨੂੰ ਬੱਚੇ ਦੇਖਣਾ। ਠੀਕ ਹੈ, ਉਸ ਤੋਂ ਅੱਗੇ ਹੈਗਾ ਡਿਵੈਲਪਮੈਂਟ ਆਫ ਐਗਰੀਕਲਚਰ ਐਂਡ ਰੂਰਲ ਏਰੀਆਜ਼। ਅਸੀਂ ਜਿੰਨੀਆਂ ਵੀ ਵੀਡੀਓਜ਼ ਆਪਾਂ ਅਪਲੋਡ ਕੀਤੀਆਂ ਨੇ ਹਜੇ ਤੱਕ, ਉਹਨਾਂ ਸਾਰਿਆਂ ਵਿੱਚ ਮੈਂ ਤੁਹਾਨੂੰ ਕਿਹਾ ਕਿ ਇੰਡੀਆ ਦੀ ਜਿਹੜੀ ਮੇਜਰ ਪਾਪੂਲੇਸ਼ਨ ਹੈਗੀ ਹੈ ਨਾ ਬੇਟੇ ਉਹ ਪਿੰਡਾਂ ਵਿੱਚ ਰਹਿੰਦੀ ਆ। ਜਿਹੜਾ ਜ਼ਿਆਦਾ ਪ੍ਰਪੋਰਸ਼ਨ ਆ ਉਹ ਪਿੰਡਾਂ ਵਿੱਚ ਰਹਿੰਦਾ ਅਤੇ ਖੇਤੀ ਵਿੱਚ ਲੱਗਾ ਹੋਇਆ ਜਾਂ ਖੇਤੀ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਲੱਗਾ ਹੋਇਆ। ਅਤੇ ਖੇਤੀ ਜਿਹੜੀ ਆਪਣੀ ਉਹ ਇੰਨੀ ਡਿਵੈਲਪ ਨਹੀਂ ਹੈਗੀ ਗੀ ਅਤੇ ਮੌਨਸੂਨ ਬੇਸਡ ਹੈਗੀ ਆ। ਇਸ ਲਈ ਅਗਰ ਆਪਾਂ ਗਰੀਬੀ ਦੂਰ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਲਈ ਕੀ ਕਰਨਾ ਪੈਣਾ ਹੈ ਕਿ ਉਹਦੇ ਲਈ ਆਪਾਂ ਨੂੰ ਖੇਤੀ ਦਾ ਅਤੇ ਪੇਂਡੂ ਖੇਤਰ ਦਾ ਵਿਕਾਸ ਕਰਨਾ ਪੈਣਾ, ਆਧੁਨਿਕੀਕਰਨ ਕਰਨਾ ਪੈਣਾ ਬੇਟੇ। ਜਿਹੜਾ
ਜਿਹੜੀ ਵੀ ਆਪਣੀ ਖੇਤੀ ਹੈਗੀ ਆ, ਠੀਕ ਹੈ। ਜਿਹੜੀ ਜੇ ਹੋ ਸਕੇ ਤਾਂ ਕਿਰਤ ਪ੍ਰਧਾਨ ਤਕਨੀਕ ਦਾ, ਯਾਨੀ ਕਿ ਇਨਸਾਨਾਂ ਦੀ ਵਰਤੋਂ ਹੋ ਸਕੇ ਖੇਤਾਂ ਦੇ ਵਿੱਚ ਜ਼ਿਆਦਾ, ਤਾਂ ਕਿ ਉਹਨਾਂ ਨੂੰ ਕੰਮ ਮਿਲਿਆ ਰਹਿ ਸਕੇ। ਐਂਡ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਵੀ ਆ, ਭੂਮੀਹੀਨ ਕਿਸਾਨ ਜਿਹੜੇ ਹੈ ਨਾ, ਉਹਨਾਂ ਦੀ ਹੈਲਪ ਲਈ ਜਿਹੜਾ ਵਾ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ ਹੈ। ਤਾਂ ਇਹਨਾਂ ਤਰੀਕਿਆਂ ਦੇ ਨਾਲ ਪੇਂਡੂ ਖੇਤਰ ਦਾ ਅਤੇ ਖੇਤੀ ਖੇਤਰ ਦਾ ਵਿਕਾਸ ਕਰਕੇ ਵੀ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਬੇਟੇ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਬੇਟੇ ਤੇਜ਼ ਉਦਯੋਗਿਕ ਵਿਕਾਸ। ਤੇਜ਼ ਉਦਯੋਗਿਕ ਵਿਕਾਸ ਮਤਲਬ ਇਹ ਤਾਂ ਹੈ ਨਹੀਂਗਾ ਕਿ ਆਪਣੇ ਇੰਡਸਟਰੀ ਨਹੀਂ ਲੱਗ ਰਹੀ, ਇੰਡਸਟਰੀ ਲੱਗ ਰਹੀ ਹੈ ਬੇਟੇ, ਲੇਕਿਨ ਗਰੀਬੀ ਦੇ ਖਾਤਮੇ ਲਈ ਇਹ ਜ਼ਰੂਰੀ ਆ ਕਿ ਜਿਹੜੀ ਉਦਯੋਗੀਕਰਨ ਦੀ ਪ੍ਰਕਿਰਿਆ ਵਾ ਉਹ ਤੇਜ਼ ਹੋਵੇ, ਠੀਕ ਹੈ। ਸਰਵਜਨਿਕ ਯਾਨੀ ਸਰਕਾਰੀ ਖੇਤਰ ਅਤੇ ਨਿੱਜੀ ਖੇਤਰ ਦੋਹਾਂ ਨੂੰ ਹੀ ਕਹਿੰਦਾ ਯੋਗਦਾਨ ਦੇਣਾ ਚਾਹੀਦਾ ਹੈਗਾ, ਤਾਂ ਕਿ ਲੋਕਾਂ ਨੂੰ ਕੰਮ ਮਿਲ ਸਕੇ ਨਾ। ਕਿ ਜੇਕਰ ਉਦਯੋਗਿਕ ਖੇਤਰ ਦਾ ਵਿਕਾਸ ਹੋਊਗਾ, ਓਬਵੀਅਸਲੀ ਲੋਕਾਂ ਨੂੰ ਕੰਮ ਮਿਲੂਗਾ ਅਤੇ ਗਰੀਬੀ ਜਿਹੜਾ ਖਤਮ ਹੋ ਸਕੂਗੀ। ਤਾਂ ਵੀ ਇੱਕ ਸੁਜੈਸ਼ਨ ਹੈਗੀ ਹੈ। ਇਹਨਾਂ ਸੁਜੈਸ਼ਨਸ ਦੇ ਵਿੱਚ ਇੱਕ ਹੋਰ ਸੁਜੈਸ਼ਨ ਅੱਗੇ ਆ ਜਾਂਦੀ ਹੈ ਆਪਣੇ ਕੋਲੇ ਬੇਟੇ, ਜਨਸੰਖਿਆ 'ਤੇ ਨਿਯੰਤਰਣ। ਆਪਾਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਜੇਕਰ ਜਿਹੜੀ ਪਾਪੂਲੇਸ਼ਨ ਹੈ ਨਾ, ਉਹ ਇੱਕ ਅਲਾਰਮਿੰਗ ਸਪੀਡ 'ਤੇ ਇੰਡੀਆ ਦੀ ਵੱਧ ਰਹੀ ਹੈ, ਵੱਧਦੀ ਪਈ ਹੈ ਇੰਨੀ ਦੇਰ ਦੀ, ਤਾਂ ਇਸ ਕਰਕੇ ਉੱਥੇ ਜਿੰਨੇ ਵੀ ਆਪਾਂ ਸੋਰਸਿਸ ਪੈਦਾ ਕਰ ਲਈਏ ਤਾਂ ਉਹ ਸੋਰਸਿਸ ਜਿਹੜੇ ਇਨਫ ਨਹੀਂ ਹੁੰਦੇ ਬੇਟੇ। ਇਸ ਕਰਕੇ ਲੋਕਾਂ ਨੂੰ ਅਵੇਅਰ ਹੋਣਾ ਪਊਗਾ ਬਈ ਜਨਸੰਖਿਆ 'ਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਵੈ। ਵੀ ਤੁਹਾਨੂੰ ਪਤਾ ਹੈ ਨਾ ਵੀ ਲੋਕਾਂ ਦੇ ਅੰਦਰ ਇੱਕ ਤੁਸੀਂ ਕਹਿ ਸਕਦੇ ਹੋ ਕਿ ਉਹ ਆਰਥੋਡਾਕਸ ਜਾਂ ਸੁਪਰਸਟੀਸ਼ੀਅਸ ਹੈਗੇ ਹੈ। ਸੁਪਰਸਟੀਸ਼ੀਅਸ ਹੋਣ ਕਰਕੇ ਉਹ ਔਲਾਦ ਜਿਹੜੀ ਆ ਉਹ ਸਮਝਦੇ ਆ ਕਿ ਰੱਬ ਦੀ ਦੇਣ ਹੈਗੀ ਹੈ। ਤਾਂ ਇੱਕ ਤਾਂ ਇਸ ਚੀਜ਼ ਨੂੰ ਲੈ ਕੇ ਚੱਲਦੇ ਆ। ਦੂਸਰਾ ਕੀ ਹੈਗਾ, ਗਰਲਸ ਜਿਹੜੀਆਂ ਨੇ ਉਹਨਾਂ ਨੂੰ ਐਜ਼ ਇਕੁਅਲ ਨਹੀਂ ਮੰਨਦੇ ਬੋਇਜ਼ ਦੇ। ਤਾਂ ਕਈ ਵਾਰੀ ਕੀ ਹੁੰਦਾ, ਇੱਕ ਬੋਏ ਦੇ ਲਈ ਮਤਲਬ ਬਹੁਤ ਸਾਰੀਆਂ ਗਰਲਸ ਘਰੇ ਪਹਿਲਾਂ ਪੈਦਾ ਹੋ ਜਾਂਦੀਆਂ, 3-4, ਤਾਂ ਮਤਲਬ ਵੀ ਇੱਕ ਬੋਏ ਹੋਣਾ ਚਾਹੀਦਾ। ਮਤਲਬ ਇਹੋ ਜਿਹੇ ਸਿਚੁਏਸ਼ਨਸ ਜਿਹੜੀਆਂ ਨੇ ਨਾ ਉਹ ਗਰੀਬੀ ਦਾ ਕਾਰਨ ਤਾਂ ਬਣੇਗੀ। ਤਾਂ ਜਨਸੰਖਿਆ 'ਤੇ ਕੰਟਰੋਲ ਜੇਕਰ ਕੀਤਾ ਜਾਊਗਾ ਤਾਂ ਵੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ ਬੇਟੇ। ਤਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚਾਰੇ ਪੁਆਇੰਟ ਜਿਹੜੇ ਤੁਸੀਂ ਫੋਲੋ ਕਰ ਲਏ ਹੋਣੇ ਆ। ਚਲੋ ਹੁਣ ਆਪਾਂ ਨੈਕਸਟ ਕਰਦੇ ਹਾਂ। ਹਾਂਜੀ ਬੇਟੇ, ਤਾਂ ਨੈਕਸਟ ਆਪਣਾ ਪੁਆਇੰਟ ਹੈਗਾ ਸਟੇਬਿਲਿਟੀ ਇਨ ਪ੍ਰਾਈਸ ਲੈਵਲ, ਯਾਨੀ ਕਿ ਕੀਮਤਾਂ ਦੇ ਵਿੱਚ ਸਥਿਰਤਾ ਐਂਡ ਇਰੈਡੀਕੇਸ਼ਨ ਆਫ ਅਨਇੰਪਲੋਇਮੈਂਟ ਅਤੇ ਬੇਰੁਜ਼ਗਾਰੀ ਦਾ ਖਾਤਮਾ। ਕੀਮਤਾਂ ਵਿੱਚ ਸਥਿਰਤਾ ਜਾਂ ਕੀਮਤ ਪੱਧਰ ਵਿੱਚ ਸਥਿਰਤਾ, ਇਹ ਚੀਜ਼ ਤਾਂ ਤੁਸੀਂ ਬੜੀ ਈਜ਼ੀਲੀ ਸਮਝ ਸਕਦੇ ਹੋ ਕਿਉਂਕਿ ਪ੍ਰੈਕਟੀਕਲੀ ਆਪਾਂ ਦੇਖਦੇ ਹੈਗੇ ਹਾਂ ਸਾਰਾ ਕੁਛ ਇਹ ਵਾਲਾ। ਚਲੋ ਤੁਹਾਨੂੰ ਪ੍ਰੋਪਰਲੀ ਸਮਝਾਉਂਦੇ ਹਾਂ। ਹਾਂਜੀ ਬੇਟੇ, ਤਾਂ ਆਪਾਂ ਗੱਲ ਕਰ ਰਹੇ ਸੀ ਸਟੇਬਿਲਿਟੀ ਇਨ ਦਾ ਪ੍ਰਾਈਸ ਲੈਵਲ, ਯਾਨੀ ਕਿ ਕੀਮਤ ਪੱਧਰ ਵਿੱਚ ਸਥਿਰਤਾ। ਤੁਹਾਨੂੰ ਪਤਾ ਕਿ ਕਿੰਨੀ ਜ਼ਿਆਦਾ ਇਨਫਲੇਸ਼ਨ ਆ, ਕੀਮਤਾਂ ਦੇ ਵਿੱਚ ਕਿੰਨੇ ਤੇਜ਼ ਗਤੀ ਨਾਲ ਵਾਧਾ ਹੁੰਦਾ, ਡੇਲੀ ਬੇਸਿਸ 'ਤੇ ਚੀਜ਼ਾਂ ਦੀ ਜਿਹੜੇ ਪ੍ਰਾਈਸਿਸ ਆ ਉਹ ਵੱਧਦੇ ਜਾਂਦੇ ਹੁੰਦੇ ਆ, ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਕੀ ਹੋਊਗਾ, ਇਸ ਤਰੀਕੇ ਨਾਲ ਜਿੰਨਾ ਮਰਜ਼ੀ ਤੁਸੀਂ ਕਮਾ ਲਓ ਲੇਕਿਨ ਤੁਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਓਗੇ, ਠੀਕ ਹੈ। ਤਾਂ ਫਿਰ ਗਰੀਬੀ ਤੋਂ ਬਾਹਰ ਤੁਸੀਂ ਨਿਕਲ ਸਕਦੇ ਹੀ ਨਹੀਂ। ਜੇਕਰ ਕੀਮਤਾਂ, ਇਹ ਨਹੀਂ ਮੈਂ ਕਹਿ ਰਹੀ ਕਿ ਕੀਮਤਾਂ ਵਧਣੀਆਂ ਨਹੀਂ ਚਾਹੀਦੀਆਂ, ਕੀਮਤਾਂ ਵਧਣੀਆਂ ਚਾਹੀਦੀਆਂ, ਲੇਕਿਨ ਡੇਲੀ ਬੇਸਿਸ 'ਤੇ ਥੋੜ੍ਹੀ ਨਾ ਕੀਮਤਾਂ ਵਧਣੀਆਂ ਚਾਹੀਦੀਆਂ ਹੈਗੀਆਂ। ਤਾਂ ਇਸ ਕਰਕੇ ਜਿਹੜੀਆਂ ਅਨਾਜ ਜਾਂ ਹੋਰ ਆਮ ਜ਼ਰੂਰਤ ਦੀਆਂ ਵਸਤੂਆਂ ਨੇ, ਕਮ ਸੇ ਕਮ ਉਹਨਾਂ ਦਾ ਪ੍ਰਾਈਸ ਜਿਹੜਾ ਹੈ ਉਹ ਅੰਡਰ ਕੰਟਰੋਲ ਹੋਣਾ ਚਾਹੀਦਾ ਹੈ, ਠੀਕ ਹੈ। ਤਾਂ ਜਿਹੜੀਆਂ ਵਸਤੂਆਂ ਗਰੀਬ ਵਰਗ ਦੇ ਵਰਤੋਂ ਕਰਨ ਵਾਲੀਆਂ ਨੇ, ਉਹ ਜਿਹੜੀਆਂ ਉਚਿਤ ਮੁੱਲ ਦੁਕਾਨਾਂ ਜਿਵੇਂ ਰਾਸ਼ਨ ਡਿਪੂ ਵਗੈਰਾ ਹੁੰਦੇ ਆ ਨਾ, ਉਹਨਾਂ 'ਤੇ ਮਿਲਣੀਆਂ ਚਾਹੀਦੀਆਂ ਨੇ, ਤਾਂ ਕਿ ਉਹਨਾਂ ਦੇ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ ਇੱਕ ਪੂਅਰ ਪੀਪਲ ਦਾ, ਉਹਦੇ 'ਤੇ ਅਸਰ ਨਾ ਪਵੇ, ਉਹ ਹੋਰ ਵੀ ਨੀਚੇ ਤੇ ਨੀਚੇ ਨਾ ਹੁੰਦੇ ਜਾਣ। ਅੰਡਰਸਟੈਂਡ ਕਰ ਰਹੇ ਹੋ ਨਾ ਮੇਰੀ ਗੱਲ ਤੁਸੀਂ? ਕਿ ਜੇ ਕੀਮਤਾਂ ਵੱਧਦੀਆਂ ਜਾਣਗੀਆਂ ਨਾ, ਫਿਰ ਜਿੰਨਾ ਮਰਜ਼ੀ ਆਪਾਂ ਕਮਾ ਲਈਏ ਆਪਣੇ ਲਈ ਉਹ ਮਨੀ ਇਨਫ ਨਹੀਂ ਹੋਊਗੀ ਅਤੇ ਅਸੀਂ ਫਿਰ ਪੋਵਰਟੀ ਲਾਈਨ ਤੋਂ ਉੱਪਰ ਨਹੀਂ ਹੋ ਪਾਵਾਂਗੇ। ਇਸ ਲਈ ਕੀ ਜ਼ਰੂਰੀ ਹੈ ਬੇਟੇ? ਜ਼ਰੂਰੀ ਹੈ ਕੀਮਤ ਪੱਧਰ ਵਿੱਚ ਸਥਿਰਤਾ। ਉਸ ਤੋਂ ਬਾਅਦ ਹੈ ਇਰੈਡੀਕੇਸ਼ਨ ਆਫ ਅਨਇੰਪਲੋਇਮੈਂਟ ਬੇਟੇ। ਇਹ ਤਾਂ ਬਿਲਕੁਲ ਠੀਕ ਹੈ, ਜੇ ਬੇਰੁਜ਼ਗਾਰੀ ਦੂਰ ਹੋ ਜੂਗੀ ਨਾ ਤਾਂ ਗਰੀਬੀ ਆਪਣੇ ਆਪ ਹੀ ਦੂਰ ਹੋ ਜੂਗੀ। ਚਾਹੇ ਉਹ ਪੜ੍ਹਿਆਂ ਲਿਖਿਆਂ ਦੀ ਬੇਰੁਜ਼ਗਾਰੀ ਹੈ, ਜਿਵੇਂ ਕਿ ਤੁਹਾਨੂੰ ਮੈਂ ਲਾਸਟ ਵੀਡੀਓ 'ਚ ਕਿਹਾ ਸੀ, ਵਾਈਟ ਕਾਲਰਡ ਅਨਇੰਪਲੋਇਡ, ਠੀਕ ਹੈ, ਚਾਹੇ ਉਹ ਸੀਜ਼ਨਲ ਬੇਰੁਜ਼ਗਾਰੀ ਹੈਗੀ ਹੈ। ਤਾਂ ਇਹ ਸਾਰੀ ਜੇਕਰ ਬੇਰੁਜ਼ਗਾਰੀ ਦੂਰ ਹੋ ਜੂਗੀ, ਜੇ ਕੰਮ ਮਿਲ ਜੂਗਾ ਸਾਰਿਆਂ ਨੂੰ, ਤਾਂ ਆਪਣੇ ਆਪ ਹੀ ਬੇਟੇ ਗਰੀਬੀ ਵੀ ਦੂਰ ਹੋ ਜੂਗੀ। ਇਹਦੇ ਲਈ ਸੁਜੈਸ਼ਨ ਕੀ ਹੈ? ਪੇਂਡੂ ਖੇਤਰ 'ਚ ਰੁਜ਼ਗਾਰ ਪੈਦਾ ਕਰਨੇ ਚਾਹੀਦੇ ਹੈਗੇ ਹੈ, ਠੀਕ ਹੈ। ਛੋਟੇ ਛੋਟੇ ਉਦਯੋਗ ਖੋਲ੍ਹਣੇ ਚਾਹੀਦੇ ਹੈ। ਜਿਹੜੇ ਪੜ੍ਹੇ ਲਿਖਿਆਂ ਨੂੰ ਰੁਜ਼ਗਾਰ ਜਿਹੜਾ ਦੇਣਾ ਚਾਹੀਦਾ,
लेकिन ਕੰਮ ਜਿਹੜੀ ਸਿੱਖਿਆ ਪ੍ਰਣਾਲੀ ਹੈ ਨਾ ਬੇਟੇ, ਉਹ ਕਿੱਤਾ ਮੁਖੀ ਹੋਣੀ ਚਾਹੀਦੀ ਹੈ। ਕਿੱਤਾ ਮੁਖੀ ਮਤਲਬ ਕਿ ਜਦੋਂ ਸਟੂਡੈਂਟਸ ਪੜ੍ਹ ਰਹੇ ਆ ਤਾਂ ਕੋਈ ਨਾ ਕੋਈ ਇੱਕ ਸਬਜੈਕਟ ਇਹੋ ਜਿਹਾ ਹੋਣਾ ਚਾਹੀਦਾ ਉਹਨਾਂ ਦੇ ਕੋਲੇ ਜਿਹਨੂੰ ਉਹ ਆਫਟਰ ਸਟੱਡੀ ਐਜ਼ ਅ ਪ੍ਰੋਫੈਸ਼ਨ ਅਪਣਾ ਸਕਣ। हर कोई बच्चा ये ना सोचे कि अगर मैं पढ़ूँ लिखूँगा तो पढ़ लिख के मैं सिर्फ जॉब ही करूँगा, नौकरी ही करूँगा। वो अपना बिजनेस भी कर सकता, वो अपना जिहड़ा वो एंटरप्रेन्योर भी बन सकता। ठीक है, तो ये मतलब है कोई ना कोई एक सबजैक्ट इहो जिहा होवे जिहदे नाल ओह लाइफ दे विच आपदी रोज़ी रोटी जां जीविका कमाउण दे लायक हो सकन। तो इस तरीके नाल बेटे गरीबी दूर कीती जा सकदी है। हाँ जी बेटे, तो नैक्सट सुजैशन किहड़ी हैगी है गरीबी नूं दूर करन दे लई? प्रॉपर यूटिलाइजेशन ऑफ रिसोर्सिस, यानी कि साधना की उचित वरतों। मतलब जो साधन साडे कोले मौजूद हैगे ने उन्हां दी वरतों कीती जावे। सपोज जेकर साडे कोले मान लो किसी खेतर च मिनरल्स हैगे ने, ठीक है, तो उन्हां जिहड़े खाना ने उन्हां दे विच उन्हां दी खुदाई करना, उन्हां दे विच लोकां नूं काम प्रोवाइड करवाना। ठीक है, जे पंजाब दे विच रिसोर्सिस ऑफ वाटर ज़्यादा हैगे ने या खेतीबाड़ी योग जमीन ज़्यादा है तो उत्थे उहदी वरतों कीती जानी चाहिदी आ। मतलब जिथे ਜਿਹੜੇ ਸੋਰਸਿਸ ਨੇ ਉਹਨਾਂ ਸੋਰਸਿਸ ਦਾ ਇਸਤੇਮਾਲ ਕਰਕੇ ਨਾ ਰੋਜ਼ਗਾਰ ਪੈਦਾ ਕਰਨਾ ਚਾਹੀਦਾ ਜਿਹਦੇ ਨਾਲ ਗਰੀਬੀ ਦੂਰ ਹੋ ਸਕੇ। ਠੀਕ ਹੈ ਬੇਟੇ, ਅੱਗੇ ਹੈ ਚੇਂਜ ਇਨ ਟੈਕਨੀਕ ਆਫ ਪ੍ਰੋਡਕਸ਼ਨ। ਚੇਂਜ ਇਨ ਟੈਕਨੀਕ ਆਫ ਪ੍ਰੋਡਕਸ਼ਨ ਦਾ ਕੀ ਮਤਲਬ ਹੈ? ਤਕਨੀਕ ਵਿੱਚ ਪਰਿਵਰਤਨ, ਉਤਪਾਦਨ ਦੀ ਤਕਨੀਕ 'ਚ ਪਰਿਵਰਤਨ। ਤੁਹਾਨੂੰ ਪਤਾ ਕਿ ਜਿਹੜਾ ਪ੍ਰੋਡਕਸ਼ਨ ਹੈ ਨਾ ਉਹ ਦੋ ਤਰੀਕੇ ਨਾਲ ਹੁੰਦਾ। ਇੱਕ ਹੁੰਦਾ ਜਿਹਦੇ 'ਚ ਮਸ਼ੀਨਾਂ ਦੀ ਵਰਤੋਂ ਹੁੰਦੀ ਹੈ, ਠੀਕ ਹੈ। ਦੂਸਰਾ ਉਹ ਹੈ ਜਿਹਦੇ 'ਚ ਹੌਲੀ ਸੌਲੀ ਕਿਰਤੀਆਂ ਦੀ ਯਾਨੀ ਕਿ ਲੋਕਾਂ ਦੀ ਇਨਸਾਨਾਂ ਦੀ ਵਰਤੋਂ ਹੁੰਦੀ ਆ। ਠੀਕ ਹੈ, ਕਿਰਤ ਪ੍ਰਧਾਨ ਤਕਨੀਕ। ਇੱਕ ਹੁੰਦੀ ਹੈ ਬੇਟੇ ਪੂੰਜੀ ਪ੍ਰਧਾਨ ਤਕਨੀਕ, ਦੂਜੀ ਹੁੰਦੀ ਹੈ ਕਿਰਤ ਪ੍ਰਧਾਨ ਤਕਨੀਕ। ਜਿਹੜੀ ਪੂੰਜੀ ਪ੍ਰਧਾਨ ਤਕਨੀਕ ਹੁੰਦੀ ਆ ਉਹਦੇ 'ਚ ਮਸ਼ੀਨਾਂ ਦੀ ਵਰਤੋਂ, ਜਿਹੜੀ ਕਿਰਤ ਪ੍ਰਧਾਨ ਤਕਨੀਕ ਹੁੰਦੀ ਆ ਉਹਦੇ 'ਚ ਇਨਸਾਨਾਂ ਦੀ ਵਰਤੋਂ। ਹੁਣ ਜੇ ਆਪਾਂ ਇਹ ਸੋਚ ਲਈਏ ਇੰਡੀਆ ਵਰਗੀ ਕੰਟਰੀ ਜਿੱਥੇ 135 ਕਰੋੜ ਪਲੱਸ ਪੀਪਲ ਹੈਗੇ ਆ, ਜੇ ਤੁਸੀਂ ਉੱਥੇ ਸਾਰਾ ਕੰਮ ਸਿਰਫ ਤੇ ਸਿਰਫ ਮਸ਼ੀਨਾਂ ਨਾਲ ਕਰਨ ਲੱਗ ਜਾਓਗੇ ਬੇਟੇ ਤੇ ਫਿਰ ਇਨਸਾਨ ਕਿੱਥੇ ਜਾਣਗੇ? ਇਹਦਾ ਮਤਲਬ ਇਹ ਹੋ ਗਿਆ ਨਾ ਕਿ ਆਪਾਂ ਨੂੰ ਇਹੋ ਜਿਹੀ ਟੈਕਨੀਕ ਅਪਣਾਉਣੀ ਚਾਹੀਦੀ ਹੈ ਉਤਪਾਦਨ ਦੀ ਕਿ ਜਿਹਦੇ ਵਿੱਚ ਮਸ਼ੀਨਾਂ ਦੀ ਵਰਤੋਂ ਤਾਂ ਹੋਵੇ ਲੇਕਿਨ ਉਹਨਾਂ ਦੇ ਲਈ ਇਨਸਾਨਾਂ ਦੀ ਵਰਤੋਂ ਹੋਵੇ। ਠੀਕ ਹੈ, ਮਤਲਬ ਇਨਸਾਨ ਚਲਾਉਣ ਜਾਂ ਫਿਰ ਮੈਕਸੀਮਮਲੀ ਆਪਾਂ ਨੂੰ ਇਹੋ ਜਿਹੀ ਟੈਕਨੀਕ ਡਿਵੈਲਪ ਕਰਨੀ ਪਊਗੀ ਕਿ ਇਨਸਾਨਾਂ ਦੀ ਲੋੜ ਵੱਧ ਤੋਂ ਵੱਧ ਹੋਵੇ ਤਾਂ ਕਿ ਉਹ ਬੇਰੁਜ਼ਗਾਰ ਨਾ ਹੋਣ। ਅਤੇ ਕਿਉਂਕਿ ਜੇ ਬੇਰੁਜ਼ਗਾਰ ਹੋਣਗੇ ਓਬਵੀਅਸਲੀ ਗਰੀਬੀ ਜਿਹੜੀ ਹੈ ਉਹਨੂੰ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਬੇਟੇ। ਉਸ ਤੋਂ ਬਾਅਦ ਆ ਜਾਂਦੀ ਆਪਣੇ ਕੋਲੇ ਇਫੈਕਟਿਵ ਸੋਸ਼ਲ ਸਿਕਿਉਰਿਟੀ ਸਿਸਟਮ। ਇਹ ਕੀ ਚੀਜ਼ ਹੈ? ਇਹ ਤੁਸੀਂ ਹੁਣ ਕੋਵਿਡ ਦੇ ਦੌਰਾਨ ਇਸ ਚੀਜ਼ ਬਾਰੇ ਸ਼ਾਇਦ ਜਾਣਨ ਦੀ ਸੁਣਨ ਦੀ ਟਰਾਈ ਕੀਤੀ ਹੋਊਗੀ। ਇਫੈਕਟਿਵ ਸੋਸ਼ਲ ਸਿਕਿਉਰਿਟੀ ਸਿਸਟਮ। ਸੋਸ਼ਲ ਸਿਕਿਉਰਿਟੀ ਕੀ ਹੁੰਦੀ ਆ ਕਿ ਜਦੋਂ ਅਸੀਂ ਕਿਸੇ ਕੰਟਰੀ 'ਚ ਰਹਿ ਰਹੇ ਹਾਂ ਜਾਂ ਕਿਸੇ ਸੁਸਾਇਟੀ 'ਚ ਰਹਿ ਰਹੇ ਹਾਂ ਤਾਂ ਸਾਡੀ ਸਮਾਜਿਕ ਸੁਰੱਖਿਆ ਕਿਸ ਤਰ੍ਹਾਂ ਦੀ ਹੈ, ਉੱਥੇ ਸਾਡੇ ਲਈ ਕਿਹੜੀਆਂ ਕੋਈ ਯੋਜਨਾਵਾਂ ਨੇ। ਜਿਵੇਂ ਅੱਜ ਪੈਨਸ਼ਨ ਹੁੰਦੀ ਆ ਬਜ਼ੁਰਗਾਂ ਦੇ ਵਾਸਤੇ ਹੁੰਦੀ ਹੈ ਨਾ, ਤੁਸੀਂ ਦੇਖਿਆ ਹੋਣਾ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਫੋਰਨ ਕੰਟਰੀਜ਼ ਨੇ ਜਿਵੇਂ ਕੈਨੇਡਾ ਸੀ, ਉਹਨਾਂ ਨੇ ਆਪਦੇ ਸਾਰੇ ਹੀ ਜਿਹੜੇ ਪੀਪਲ ਅਨਇੰਪਲੋਇਡ ਹੋ ਗਏ ਕੋਵਿਡ ਦੇ ਦੌਰਾਨ ਉਹਨਾਂ ਸਾਰਿਆਂ ਨੂੰ ਮੰਥਲੀ $2000 ਪੇ ਕੀਤਾ 4 ਮੰਥਸ ਤੱਕ। ਠੀਕ ਹੈ, ਇਹ ਸੋਸ਼ਲ ਸਿਕਿਉਰਿਟੀ ਹੋ ਗਈ। ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ ਉੱਥੇ 65 ਈਅਰਸ ਤੋਂ ਬਾਅਦ, ਤਾਂ ਉਹ ਸਿਰਫ ਗਵਰਨਮੈਂਟ ਦੀ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ। ਸੋਸ਼ਲ ਸਿਕਿਉਰਿਟੀ ਹੈ। ਇਟ ਇਜ਼ ਜਸਟ ਐਨ ਐਗਜ਼ਾਮਪਲ। ਠੀਕ ਹੈ, ਤਾਂ ਮਤਲਬ ਕਿ ਚਲੋ ਤੁਹਾਨੂੰ ਸੋਸ਼ਲ ਸਿਕਿਉਰਿਟੀ ਨੂੰ ਹੋਰ ਪ੍ਰੋਪਰਲੀ ਸਮਝਾਉਂਦੇ ਹਾਂ। ਹਾਂਜੀ ਬੇਟੇ, ਤਾਂ ਤੁਸੀਂ ਪ੍ਰੋਪਰਲੀ ਸਮਝਣਾ ਚਾਹੁੰਦੇ ਸੀ ਨਾ ਸੋਸ਼ਲ ਸਿਕਿਉਰਿਟੀ। ਤਾਂ ਦੇਖੋ ਕਹਿੰਦਾ ਕਿ ਸਰਕਾਰ ਨੂੰ ਆਰਥਿਕ ਤੌਰ 'ਤੇ ਪਛੜੇ ਹੋਏ ਜਿਹੜੇ ਵਿਭਿੰਨ ਵਰਗਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਵਿਵਸਥਾ ਕਰਨੀ ਚਾਹੀਦੀ ਆ, ਜਿਵੇਂ ਕਿ ਅਨਇੰਪਲੋਇਮੈਂਟ ਅਲਾਊਂਸ ਯਾਨੀ ਕਿ ਬੇਰੁਜ਼ਗਾਰੀ ਭੱਤਾ, ਬੁਢਾਪਾ ਪੈਨਸ਼ਨ ਜਾਂ ਹੈਂਡੀਕੈਪਡ ਲਈ ਕੋਈ ਅਲਾਊਂਸ, ਗਰੀਬ ਵਿਦਿਆਰਥੀਆਂ ਦੇ ਲਈ ਵਜ਼ੀਫਾ ਜਾਂ ਵਿਡੋ ਪੈਨਸ਼ਨ ਜਾਂ ਹੋਰ ਜਨਤਕ ਵੰਡ ਪ੍ਰਣਾਲੀ ਰਾਹੀਂ ਲੋਕਾਂ ਨੂੰ ਸਸਤੀਆਂ ਅਤੇ ਮੁਫਤ ਚੀਜ਼ਾਂ ਜਿਹੜੀਆਂ ਨੇ ਪ੍ਰੋਵਾਈਡ ਕਰਵਾਉਣਾ। ਜੇ ਗਵਰਨਮੈਂਟ ਇਹ ਸਾਰਾ ਕੁਛ ਕਰਨ ਲੱਗ ਜੂਗੀ ਤਾਂ ਆਪਣੇ ਆਪ ਹੀ ਬੇਟੇ ਗਰੀਬੀ ਤਾਂ ਦੂਰ ਹੋ ਹੀ ਜਾਊਗੀ। ਕਿਉਂਕਿ ਸਭ ਕੁਝ ਜੇਕਰ ਕਿਸੇ ਨੂੰ, ਜੇ ਗਰੀਬ ਵਿਦਿਆਰਥੀ ਨੂੰ ਐਜੂਕੇਸ਼ਨ ਮਿਲਣ ਲੱਗ ਜੂਗੀ, ਵਜ਼ੀਫਾ ਮਿਲਣ ਲੱਗ ਜੂਗਾ, ਇੱਕ ਬਜ਼ੁਰਗ ਨੂੰ ਪੈਨਸ਼ਨ ਮਿਲਣ ਲੱਗ ਜੂਗੀ, ਹੈ ਨਾ, ਤਾਂ ਜਦੋਂ ਇਹ ਸਾਰਾ ਕੁਛ ਪ੍ਰੋਵਾਈਡ ਹੋਣ ਲੱਗ ਜੂਗਾ ਤਾਂ ਇਟਸੈਲਫ ਜਿਹੜੀ ਪਾਵਰਟੀ ਹੈ ਉਹ ਦੂਰ ਹੋਣੀ ਸ਼ੁਰੂ ਹੋ ਜੂਗੀ ਬੇਟੇ।
हाँ जी बेटे, तो नैक्सट सुजैशन किहड़ी आ, अपॉर्चुनिटी फॉर सैल्फ इंपलॉयमेंट, यानी कि स्वै रोजगार के लिए मौके। मतलब जो भी इंसान आपदा काम करना चाहुंदा है उहदे लई मौके प्रोवाइड कराउणा, ठीक है। स्पैशल फोकस ऑन बैकवर्ड रीजनस, जिहड़े पिछड़े हुए खेतर है, जिवें तुहानूं मैं कहा सी पिछड़े हुए राज, उन्हां वल खास ध्यान देना। प्रोविजन फॉर मिनीमम नीड्स ऑफ द पुअर, ਜਿਹੜੇ ਗਰੀਬ ਨੇ ਉਹਨਾਂ ਦੇ ਲਈ ਜਿਹੜੀਆਂ ਨਿਊਨਤਮ ਜੋ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਦੇ ਲਈ ਵਰਕ ਕਰਨਾ ਗਵਰਨਮੈਂਟ ਰਾਹੀਂ। ਤਾਂ ਇਹਨਾਂ ਸੁਜੈਸ਼ਨਸ ਨੂੰ ਆਪਾਂ, ਤੁਸੀਂ ਇਹ ਹੈਡਿੰਗਸ ਨੋਟ ਕਰ ਲੈਣਾ ਬੇਟੇ, ਨੋਟ ਕਰਦੇ ਜਾਓ ਆਪਣੀ ਨੋਟਬੁੱਕ 'ਤੇ, ਸਕਰੀਨਸ਼ਾਟ ਲੈ ਲਓ ਨਹੀਂ ਤਾਂ ਹੁਣ ਆਪਾਂ ਇਹਨਾਂ ਤਿੰਨਾਂ ਪੁਆਇੰਟਸ ਨੂੰ ਐਕਸਪਲੇਨ ਕਰਦੇ ਹਾਂ। हाँ जी बेटे, तो इन्होंने विचों जिहड़े आपां 3 पॉइंट हुणे डिस्कस किए, उन्होंने दे विचों फर्स्ट सी प्रोविजन फॉर मिनीमम नीड्स ऑफ द पुअर, भी जिहड़े गरीब है उन्हां दियां जिहड़ियां मिनीमम नीड्स है उन्हां दे लई की प्रोविजन है, भी सरकार नूं गरीबां दियां न्यूनतम जरूरतां जिवें कि पीण दे पानी या प्राथमिक इलाज या प्राथमिक सिੱਖਿਆ ਨੂੰ संतुष्ट करने की कोशिश करनी चाहिए है। मतलब एटलीस्ट जो तुहानूं मैं ऑलरेडी पॉवर्टी के मीनिंग च कहा सीगा कि सेहत, सिੱਖਿਆ, फूड, ठीक है, ये तो मिलना ही चाहिए ना। तो जेकर इसका प्रबंध करोगे भी उन्होंने प्राइमरी एजुकेशन मिल जूगी, जे उन्होंने हैल्थ दी फैसिलिटीज़ मिल जाएगियाँ, चंगा फूड चंगा वाटर मिल जूगा, तो अपने आप ही गरीबी दूर करने वाले पासे एक चंगा पट्टिया होया कदम ये हो सकता। स्पैशल फोकस ऑन द बैकवर्ड रीजन, हुण कई खेतर बहुत पछड़े है, थानू ऑलरेडी मैं डिस्कस किया होया भी उड़ीसा, नागालैंड, उत्तर प्रदेश, बिहार, ये राज जिहड़े आ एज कंपेयर टू पंजाब और हरियाणा, दीज आर वेरी बैकवर्ड स्टेट्स बेटे। तो इस करके तो तुसीं देखिया होना कि इन्हां स्टेट्स के बहुत सारे जिहड़े लोग है वो पंजाब हरियाणा च काम करन लई आउंदे आ, दिल्ली च काम करन लई आउंदे आ। ਤੁਸੀਂ ਇਹ ਕੋਵਿਡ ਦੇ ਦੌਰਾਨ ਉਹਨਾਂ ਨੂੰ ਵਾਪਸ ਜਾਂਦੇ ਵੀ ਦੇਖਿਆ ਹੈ ਨਾ, ਮਤਲਬ ਉਹਨਾਂ ਸਟੇਟਸ ਦੇ ਵਿੱਚ, ਤਾਂ ਉਹ ਉੱਥੇ ਗਰੀਬੀ ਹੈ, ਇਸ ਕਰਕੇ ਹੀ ਉਹਨਾਂ ਇੱਧਰਲੀਆਂ ਸਟੇਟ ਵਿੱਚ ਕੰਮ ਕਰਨ ਲਈ ਆਉਂਦੇ ਆ। ਤਾਂ ਸਰਕਾਰ ਨੂੰ ਕੀ ਚਾਹੀਦਾ ਹੈ ਵੀ ਇਹਨਾਂ ਰਾਜਾਂ ਦੇ ਜਿਹੜੇ ਵਿਕਾਸ ਵਾਸਤੇ ਜਾਂ ਇੱਥੋਂ ਦੇ ਜਿਹੜੇ ਬਾਸ਼ਿੰਦਿਆਂ ਨੂੰ, ਲੋਕਾਂ ਨੂੰ ਖਾਸ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ। ਤੇ ਜਿਹੜੇ ਬਾਹਰਲੇ ਲੋਕ ਇਨਵੈਸਟਮੈਂਟ ਕਰਨ ਲਈ ਆਉਂਦੇ ਆ, ਭਾਵੇਂ ਉਹ ਆਪਦੀ ਪੂੰਜੀ ਹੈ ਭਾਵੇਂ ਵਿਦੇਸ਼ੀ ਪੂੰਜੀ ਹੈ, ਉਹਨਾਂ ਨੂੰ ਇਹ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਇਹਨਾਂ ਰਾਜਾਂ ਦੇ ਵਿੱਚ ਇਨਵੈਸਟ ਕਰਨ ਤਾਂ ਕਿ ਲੋਕਾਂ ਨੂੰ ਕੰਮ ਮਿਲ ਸਕੇ ਬੇਟੇ। फिर आ जाता अपॉर्चुनिटीज़ फॉर सैल्फ इंपलॉयमेंट कि ਜਿਹੜੇ ਆਪਦਾ ਕਾਰੋਬਾਰ ਕਰਨਾ ਚਾਹੁੰਦੇ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਹੈ। ਤਾਂ ਡਾਕਟਰ VKRV ਰਾਓ ਦੇ ਅਨੁਸਾਰ ਜੇ ਗਰੀਬੀ ਨੂੰ ਤੁਸੀਂ ਦੂਰ ਕਰਨਾ ਹੈ ਨਾ ਤੇ ਉਹਦੇ ਲਈ ਆਰਥਿਕ ਉਤਪਾਦਕਤਾ ਵਧਾਉਣੀ ਬਹੁਤ ਜ਼ਰੂਰੀ ਆ। ਤੇ ਉਹਦੇ ਲਈ ਪ੍ਰੇਰਿਤ ਕਾਹਦੇ ਲਈ ਕਰਨਾ ਚਾਹੀਦਾ ਹੈ, ਲੋਕਾਂ ਨੂੰ ਸੈਲਫ ਇੰਪਲॉयमेंट ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਹੈ, ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ ਹੈ, ਟ੍ਰੇਨਿੰਗਸ ਦੇਣੀਆਂ ਚਾਹੀਦੀਆਂ ਤਾਂ ਕਿ ਉਹ ਆਪਦਾ ਕਾਰੋਬਾਰ ਸਟਾਰਟ ਕਰ ਸਕਣ। ठीक है, बहुत सारिया जड़ियाँ ITIs है, तुसी ITI का नाम तो सुनिया ही होना ना, इंडस्ट्रीयल ट्रेनिंग इंस्टीट्यूट्स, इन्हां जड़ियाँ ITIs होंदियां ना, इन्हां दे विच आपदे हत्थीं काम करन दे लई या फिर आपदा कारोबार स्टार्ट करन लई ट्रेनिंग दित्ती जांदी है बेटे। तो मतलब ये खोलियां जानियां चाहीदियां वै ताकि कोई भी बच्चा इत्थों पढ़ाई करन तो बाद च ਆਪਦੇ ਹੱਥੀਂ ਕਾਰੋਬਾਰ ਕਰਕੇ ਆਪਦੇ ਪੈਰਾਂ 'ਤੇ ਖੜਾ ਹੋ ਸਕੇ, ਤਾਂ ਹੀ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਬੇਟੇ। ਅਤੇ ਨਾਲ ਦੀ ਨਾਲ ਬੈਂਕਾਂ ਤੋਂ ਘੱਟ ਵਿਆਜ ਦੀਆਂ ਦਰਾਂ 'ਤੇ ਇਹਨਾਂ ਨੂੰ ਕਰਜ਼ੇ ਵੀ ਮੁਹੱਈਆ ਕਰਾਉਣੇ ਚਾਹੀਦੇ ਆ ਤਾਂ ਕਿ ਸੌਖੇ ਤਰੀਕੇ ਨਾਲ ਪੈਸਾ ਮਿਲੇ, ਟ੍ਰੇਨਿੰਗ ਉਹਨਾਂ ਦੇ ਕੋਲ ਹੋਵੇ ਅਤੇ ਉਹ ਆਪਣਾ ਕੰਮ ਕਰ ਸਕਣ। ठीक है बेटे, तो ये सुजैशनस जिहड़ियां आपां कर रहे हैं बहुत ही ईजी आ मेरे ख्याल में, तुसीं जिवें जिवें मेरे कोलों सुन रहे हो तुहानूं याद होंदियां जा रही होणीआं। हाँ जी बेटे, तो चलो फिर अपने लास्ट 2 पॉइंट्स रह गए है अज वाले अपने टॉपिक दे, मतलब कि सुजैशनस दे अपने 2 पॉइंट्स रह गए। एक रह गया आमदन की असमानता च कमी, यानी रिडक्शन इन इनइक्वैलिटी ऑफ इनकम। ऑफ कोर्स इफ गवर्नमेंट ये चाहती आ कि गरीबी दूर करनी आ तो जी आमदन की असमानता, क्योंकि आप पढ़ चुके हैं ना लास्ट वीडियो दे विच मैं तुहानूं समझाया सी कि गरीबी का एक कारण आमदन की असमानता भी है बेटे, कि गरीब बहुत ज़्यादा गरीब ने, अमीर बहुत ज़्यादा अमीर ने। ठीक है, 75 परिवारों कोले 1536 कंपनियां ने अपने देश दियाँ। ठीक है, तो जेकर आमदन की असमानता दूर करोगे तो गरीबी दूर की जा सकती है। हुण आमदन की असमानता दूर करने के लिए गवर्नमेंट को की चाहिए कि वो ਜਿਹੜੇ ਟੈਕਸਿਸ ਲਾਵੇ ਜਿਹੜੇ ਅਮੀਰਾਂ 'ਤੇ, ਤਾਂ ਉਹਨਾਂ ਟੈਕਸਿਸ ਤੋਂ ਪ੍ਰਾਪਤ ਆਮਦਨ ਦੀ ਵਰਤੋਂ ਜਿਹੜੀ ਆ ਉਹ ਗਰੀਬ ਲੋਕਾਂ ਦੀ ਭਲਾਈ ਵਾਸਤੇ ਕਰੇ, ਚਾਹੇ ਵਜ਼ੀਫਿਆਂ ਦੇ ਰੂਪ ਵਿੱਚ ਦੇਵੇ, ਚਾਹੇ ਪੈਨਸ਼ਨਾਂ ਦੇ ਰੂਪ ਵਿੱਚ ਦੇਵੇ, ਜਾਂ ਫਿਰ ਬੱਚਿਆਂ ਦੀ ਸਟੱਡੀ 'ਤੇ ਖਰਚ ਕਰੇ। ਠੀਕ ਹੈ, ਜਾਂ ਹੈਲਥ 'ਤੇ ਖਰਚ ਕਰੇ। ਤਾਂ ਇਸ ਤਰੀਕੇ ਦੇ ਨਾਲ ਵੀ ਆਮਦਨ ਦੀ ਅਸਮਾਨਤਾ ਦੂਰ ਕੀਤੀ ਜਾ ਸਕਦੀ ਹੈ ਅਤੇ ਗਰੀਬੀ ਦੂਰ ਹੋ ਸਕਦੀ ਹੈ।
ਫਿਰ ਸਭ ਤੋਂ ਜ਼ਰੂਰੀ ਚੀਜ਼ ਆ ਜਾਂਦੀ ਹੈ ਬੇਟੇ ਪ੍ਰੋਪਰ ਇੰਪਲੀਮੈਂਟੇਸ਼ਨ ਆਫ ਗਵਰਨਮੈਂਟ ਪਾਲਿਸੀਜ਼। ਦੇਖੋ ਆਪਾਂ ਪਾਲਿਸੀਜ਼ ਜਿੰਨੀਆਂ ਮਰਜ਼ੀ ਬਣਾ ਲਈਏ ਬੇਟੇ ਤੇ ਗਵਰਨਮੈਂਟ ਜਿੰਨੀਆਂ ਮਰਜ਼ੀ ਪਾਲਿਸੀਜ਼ ਬਣਾ ਲਵੇ, ਠੀਕ ਹੈ, ਲੇਕਿਨ ਜੇ ਉਹਨਾਂ ਸਾਰੀਆਂ ਪਾਲਿਸੀਜ਼ ਨੂੰ ਬੇਟੇ ਤੇ ਨੀਤੀਆਂ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕਰੋਗੇ ਤਾਂ ਤੁਸੀਂ ਰਿਜ਼ਲਟ ਜਿਹੜਾ ਚਾਹੁੰਦੇ ਹੋ ਉਹ ਪ੍ਰਾਪਤ ਨਹੀਂ ਹੋ ਸਕਦਾ। ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੂੰਗੀ ਇਹਦੇ ਵਾਸਤੇ। ਤੁਸੀਂ ਚਾਹੁੰਦੇ ਹੋ ਕਿ ਅਸੀਂ 90% ਪਲੱਸ ਮਾਰਕਸ ਸਕੋਰ ਕਰਨੇ ਆ ਅਤੇ ਤੁਸੀਂ ਇਹਦਾ ਟਾਈਮ ਟੇਬਲ ਬਣਾ ਲੈਂਦੇ ਹੋ ਕਿ ਮੈਨੇ ਇਸ ਤਰ੍ਹਾਂ ਸਟੱਡੀ ਕਰਨੀ ਹੈ, ਇਸ ਤਰ੍ਹਾਂ ਸਟੱਡੀ ਕਰਨੀ ਹੈ। ਤੁਸੀਂ ਟਾਈਮ ਟੇਬਲ ਬਣਾ ਲਿਆ, ਤੁਸੀਂ ਆਪਣੀ ਕਬਰਡ ਦੇ ਸਾਹਮਣੇ ਲਗਾ ਵੀ ਲਿਆ, ਠੀਕ ਹੈ, ਜਦੋਂ ਤੁਸੀਂ ਬੈਠਦੇ ਹੋ। ਲੇਕਿਨ ਅਗਰ ਸਿਰਫ ਤੁਸੀਂ ਉਹ ਟਾਈਮ ਟੇਬਲ ਬਣਾਇਆ ਹੈ ਲੇਕਿਨ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰਦੇਗੇ, ਲਾਗੂ ਨਹੀਂ ਕਰਦੇ, ਉਸ ਤਰੀਕੇ ਨਾਲ ਪੜ੍ਹਦੇ ਨਹੀਂ, ਰੈਗੂਲਰ ਵਰਕ ਨਹੀਂ ਕਰਦੇ, ਜਿਵੇਂ ਕਿ ਕਈ ਬੱਚੇ ਮੇਰਾ ਵੀ ਰੈਗੂਲਰ ਵਰਕ ਨਹੀਂ ਕਰਦੇ, ਤਾਂ ਜੇਕਰ ਤੁਸੀਂ ਰੈਗੂਲਰ ਵਰਕ ਨਹੀਂ ਕਰੋਗੇ ਤਾਂ ਤੁਸੀਂ ਆਊਟਪੁੱਟ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਜੋ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਅਚੀਵ ਨਹੀਂ ਕਰ ਸਕਦੇ। ਇਸ ਲਈ ਜ਼ਰੂਰੀ ਕੀ ਆ ਕਿ ਇਹਦੇ ਵਿੱਚ ਕਿ ਜੇ ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ ਤਾਂ ਉਹਨਾਂ ਪਾਲਿਸੀਜ਼ ਨੂੰ ਲਾਗੂ ਵੀ ਕੀਤਾ ਜਾਣਾ ਚਾਹੀਦਾ। ਤਾਂ ਠੀਕ ਹੈ ਬੇਟੇ, ਤਾਂ ਇਹ ਸਾਰੀਆਂ ਸੁਜੈਸ਼ਨ ਸੀਗੀਆਂ ਗਰੀਬੀ ਨੂੰ ਦੂਰ ਕਰਨ ਵਾਸਤੇ, ਤੇ ਆਈ ਹੋਪ ਦੈਟ ਕਿ ਤੁਹਾਨੂੰ ਸਮਝ ਆ ਗਿਆ ਹੋਣਾ। ਬਹੁਤ ਹੀ ਈਜ਼ੀ ਟੌਪਿਕ ਹੈ ਬੇਟੇ, ਮੇਰੇ ਖਿਆਲ ਵਿੱਚ ਬਹੁਤ ਈਜ਼ੀ। ਜਿਵੇਂ ਕਿ ਮੈਂ ਲਾਸਟ ਵੀਡੀਓ 'ਚ ਵੀ ਕਿਹਾ ਸੀ ਕਿ ਇੰਨਾ ਈਜ਼ੀ ਹੈ ਜਿਵੇਂ ਕਿ ਬਟਰ ਦੇ ਵਿੱਚੋਂ ਗਰਮ ਚਾਕੂ ਨਿਕਲ ਜਾਂਦਾ ਹੈ। ਯਾਦ ਹੈ ਨਾ ਤੁਹਾਨੂੰ? ਓਕੇ, ਤਾਂ ਤੁਸੀਂ ਵੀਡੀਓਜ਼ ਨੂੰ ਵਾਚ ਕਰਦੇ ਰਹੋ, ਲਾਈਕ ਤੇ ਸ਼ੇਅਰ ਕਰਦੇ ਰਹੋ, ਮੈਨੂੰ ਸਪੋਰਟ ਕਰਦੇ ਰਹੋ। ਤੁਹਾਡੀ ਸਪੋਰਟ ਦੇ ਨਾਲ ਮੈਨੂੰ ਹੋਰ ਵੀ ਬਹੁਤ ਹਿੰਮਤ ਮਿਲਦੀ ਹੈ। ਤਾਂ ਥੈਂਕ ਯੂ ਸੋ ਵੈਰੀ ਮੱਚ ਬੇਟੇ। ਟੇਕ ਕੇਅਰ, ਸੀ ਯੂ, ਬਾਏ।